ਤੋਮਰ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਕਿ ਰੱਦ ਦਾ ਕੋਈ ਬਦਲ ਲੱਭੋ। ਉਸ ਵਕਤ ਬਲਬੀਰ ਸਿੰਘ ਦਾ ਕੀ ਜਵਾਬ ਸੀ? ਤੁਸੀਂ ਕਾਨੂੰਨ ਲਿਖਦੇ ਹੋ ਜਾਂ ਬਣਾਉਂਦੇ ਹੋ, ਕੰਮ ਤਾਂ ਤੁਹਾਡੇ ਕੋਲ ਜਿਹੜਾ ਸਾਰੇ ਹਿੰਦੁਸਤਾਨ ਦਾ ਦਿਮਾਗ ਇਕੱਠਾ ਕੀਤਾ ਬਿਊਰੋਕ੍ਰੇਸੀ ਇਹ ਕਰਦੀ ਹੈ। ਇਹਨਾਂ ਨੂੰ ਇਹ ਪੁੱਛੋ ਕੀ ਕਰਨਾ ਹੈ। ਜਿਹੜਾ ਮੰਡੀ ਦੇ ਅੰਦਰ ਕੰਮ ਕਰੇਗਾ ਉਹਦੇ 8.5% ਟੈਕਸਿਸ ਨੇ, ਜਿਹੜਾ ਬਾਹਰ ਕਰੇਗਾ ਉਹਨੂੰ ਟੈਕਸ ਫਰੀ ਕਰਤੀ, ਜਿਹੜਾ ਅੰਦਰ ਕਰੇਗਾ ਉਹ ਇੱਕ ਕਾਨੂੰਨ ਦੇ ਦਾਇਰੇ 'ਚ ਲਾਇਸੈਂਸ ਲਏਗਾ, ਆਪਣੀ ਡਿਟੇਲਸ ਦੇਗਾ, ਭੱਜ ਨਹੀਂ ਸਕਦਾ। ਇਹਨਾਂ ਨੇ ਜਿਹੜਾ ਬਾਹਰ ਕਰੇਗਾ ਉਹਨੂੰ ਕਹਿੰਦਾ ਉਹਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ। ਹੁਣ ਇਹ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ, ਪ੍ਰੈਸ 'ਚ ਰੋਜ਼ ਛਪਦੀਆਂ ਵੀ ਜਿੱਥੇ ਇੱਦਾਂ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਉਹ ਮੁੜ ਕੇ ਪੈਸੇ ਨਹੀਂ ਦਿੱਤੇ, ਭੱਜ ਕੇ ਲੱਭਦੇ ਹੀ ਨਹੀਂ ਕਿੱਥੇ ਨੇ। ਜਿਹੜਾ ਆੜ੍ਹਤੀ ਹੈ ਉਹ ਕੀ ਕਰਦਾ ਸੀ, ਟਰਾਲੀ ਜਾਂਦੇ ਲੈ ਕੇ ਟਰਾਲੀ ਉਹ ਖਾਲੀ ਕਰਾਉਂਦਾ, ਉਹਦੀ ਸਫਾਈ ਕਰਾਉਂਦਾ, ਫਿਰ ਭਾਅ ਲਵਾਉਂਦਾ, ਫਿਰ ਉਹਦੇ ਬੋਰੀਆਂ 'ਚ ਪਾ ਕੇ ਵਜ਼ਨ ਕਰਾਉਂਦਾ, ਫਿਰ ਉਹ ਸਟਾਕ ਖਰੀਦ ਏਜੰਸੀ ਨੂੰ ਟਰਾਂਸਫਰ ਕਰਦਾ। ਉਹਦੇ ਬਾਅਦ ਜਿਹੜਾ ਭਾਅ ਲੱਗਿਆ ਉਸੇ ਭਾਅ ਦਾ ਬਿੱਲ ਬਣਾ ਕੇ ਸਾਨੂੰ ਪੈਸੇ ਲੈ ਕੇ ਦਿੰਦਾ। 1925 MSP ਹੈ, 1925 ਤੇ ਮੇਰੀ ਕਣਕ ਵਿਕੀ, 1925 ਦਾ ਉਹਨੇ ਬਿੱਲ ਬਣਾ ਕੇ ਦਿੱਤਾ, 1925 ਮੈਨੂੰ ਦੇ ਦਿੱਤੇ। ਫਿਰ ਵਿਚੋਲੀਆ ਕਿੱਥੋਂ ਹੈ? ਸਰਕਾਰ ਵਾਲਿਆਂ ਨੂੰ ਕਿਹਾ ਵੀ ਅਸਲ 'ਚ ਤੁਹਾਡੇ ਸਿਰ ਵਿਚੋਲੀਆ ਚੜ੍ਹਿਆ, ਤੁਸੀਂ ਇੰਪੋਰਟ ਐਕਸਪੋਰਟ 'ਚ ਵਿਚੋਲੀਏ ਰੱਖੇ ਨੇ, ਤੁਸੀਂ ਡਿਫੈਂਸ 'ਚ ਵਿਚੋਲੀਏ ਰੱਖੇ ਨੇ, ਤੁਸੀਂ ਰੇਲਵੇ 'ਚ ਵਿਚੋਲੀਏ ਰੱਖੇ ਨੇ, ਹਰ ਕੰਮ 'ਚ ਵਿਚੋਲੀਏ ਤੇ ਬਿਨਾਂ ਤੁਸੀਂ ਕਰਦੇ ਹੀ ਨਹੀਂ। ਇਸ ਕਰਕੇ ਤੁਹਾਨੂੰ ਵਿਚੋਲੀਆ ਨਜ਼ਰ ਆਉਂਦਾ। ਸਾਨੂੰ ਦੱਸੋ ਤੁਸੀਂ ਕਿਹਨੂੰ ਵਿਚੋਲੀਆ ਕਹਿੰਦੇ ਹੋ? ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਪ੍ਰੈਸ ਕਲੱਬ ਆਫ ਇੰਡੀਆ ਮੌਜੂਦ ਹਾਂ, ਜਿੱਥੇ ਕਿ ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਕਮੇਟੀ ਦੀ ਪ੍ਰੈਸ ਕਾਨਫਰੰਸ ਹੋ ਕੇ ਹਟੀ ਹੈ। ਮੇਰੇ ਨਾਲ ਬਲਬੀਰ ਸਿੰਘ ਰਾਜੇਵਾਲ ਮੌਜੂਦ ਨੇ ਇਸ ਵਕਤ। ਸਰ, ਪਹਿਲਾ ਸਵਾਲ ਮੇਰਾ ਇਹ ਹੈ ਕਿ ਜਿਹੜੀ 30 ਤਰੀਕ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਤੋਮਰ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਕਿ ਰੱਦ ਦਾ ਕੋਈ ਬਦਲ ਲੱਭੋ। ਉਸ ਵਕਤ ਬਲਬੀਰ ਸਿੰਘ ਦਾ ਕੀ ਜਵਾਬ ਸੀ ਤੇ ਜੇ ਕੀ ਬਦਲ ਲੱਭ ਲਿਆ? ਨਹੀਂ, ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਵੀ ਜਿੰਨਾ ਕੰਮ ਜਿਹੜੇ ਤੁਸੀਂ ਕਾਨੂੰਨ ਲਿਖਦੇ ਹੋ ਜਾਂ ਬਣਾਉਂਦੇ ਹੋ, ਕੰਮ ਤਾਂ ਤੁਹਾਡੇ ਕੋਲ ਜਿਹੜਾ ਸਾਰੇ ਹਿੰਦੁਸਤਾਨ ਦਾ ਦਿਮਾਗ ਇਕੱਠਾ ਕੀਤਾ ਬਿਊਰੋਕ੍ਰੇਸੀ ਇਹ ਕਰਦੀ ਹੈ। ਇਹਨਾਂ ਨੂੰ ਇਹ ਪੁੱਛੋ ਕੀ ਕਰਨਾ, ਸਾਨੂੰ ਤਾਂ ਰਿਪੀਲ ਹੋਣੇ ਚਾਹੀਦੇ ਆ। ਸਰ, ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਕੀਤੀ ਕਿ ਸਰਕਾਰ, ਕੇਂਦਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਇੱਕ ਮੰਡੀ ਤੇ ਇੱਕ ਦੇਸ਼, ਪਰ ਜਿਹੜੀ ਗੱਲ ਹੋ ਰਹੀ ਹੈ ਉਹ ਇੱਕ ਦੇਸ਼ ਦੋ ਮੰਡੀ ਹੈ। ਉਹਦਾ ਕੀ ਵਿਸਥਾਰ ਕੀ ਹੈ? ਦੇਖੋ, ਪੰਜਾਬ ਦੀ ਮੈਂ ਗੱਲ ਕਰਾਂ, ਪੰਜਾਬ ਹਰਿਆਣਾ ਜਿਹੜੇ ਦੋ ਸਟੇਟਾਂ ਨੇ ਜਿਹਦੇ 'ਚ ਵਨ ਆਫ ਦਾ ਬੈਸਟ ਮਾਰਕੀਟਿੰਗ ਸਿਸਟਮ ਇਨ ਦਾ ਵਰਲਡ ਹੈ, ਵੈਲ ਆਰਗੇਨਾਈਜ਼ਡ ਰੈਗੂਲੇਟਡ ਮਾਰਕੀਟ ਅੰਡਰ APMC ਐਕਟ। ਇਹਨਾਂ ਨੇ ਹੁਣ ਇੱਕ ਪੈਰਲਲ ਮੰਡੀ ਹੋਰ ਬਣਾਤੀ। ਉੱਥੇ ਜਿਹੜਾ ਮੰਡੀ ਦੇ ਅੰਦਰ ਕੰਮ ਕਰੇਗਾ ਉਹਦੇ 8.5% ਟੈਕਸਿਸ ਨੇ, ਜਿਹੜਾ ਬਾਹਰ ਕਰੇਗਾ ਉਹਨੂੰ ਟੈਕਸ ਫਰੀ ਕਰਤੀ, ਜਿਹੜਾ ਅੰਦਰ ਕਰੇਗਾ ਉਹ ਇੱਕ ਕਾਨੂੰਨ ਦੇ ਦਾਇਰੇ 'ਚ ਲਾਇਸੈਂਸ ਲਏਗਾ, ਆਪਣੀ ਡਿਟੇਲਸ ਦੇਗਾ, ਭੱਜ ਨਹੀਂ ਸਕਦਾ। ਇਹਨਾਂ ਨੇ ਜਿਹੜਾ ਬਾਹਰ ਕਰੇਗਾ ਉਹਨੂੰ ਕਹਿੰਦਾ ਉਹਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ। ਉਹ ਇੱਕ ਆਧਾਰ ਕਾਰਡ ਹੋਵੇ ਉਹਦੇ ਕੋਲ ਜਾਂ ਕੋਈ ਭਾਰਤ ਸਰਕਾਰ ਦਾ ਕੋਈ ਜਿਹੜਾ ਮਨਜ਼ੂਰਸ਼ੁਦਾ ਡਾਕੂਮੈਂਟ ਹੋਵੇ, ਉਹਦੇ ਨਾਲ ਉਹ ਖਰੀਦ ਕਰ ਸਕਦਾ। ਹੁਣ ਇਹ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ, ਪ੍ਰੈਸ 'ਚ ਰੋਜ਼ ਛਪਦੀਆਂ ਵੀ ਜਿੱਥੇ ਇੱਦਾਂ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਉਹ ਮੁੜ ਕੇ ਪੈਸੇ ਨਹੀਂ ਦਿੱਤੇ, ਭੱਜ ਕੇ ਲੱਭਦੇ ਹੀ ਨਹੀਂ ਕਿੱਥੇ ਨੇ। ਅਤੇ ਫਿਰ ਇਹਨਾਂ ਨੇ ਇਹ ਵੀ ਕਰ ਦਿੱਤਾ ਵੀ ਜੇ ਬਾਹਰੋਂ ਜਿਹੜਾ ਖਰੀਦੇਗਾ ਵਪਾਰੀ, ਉਹ ਇੱਕ ਮੋਟੇ ਤੌਰ 'ਤੇ ਇਹਦੀ ਹੈ ਜਿਹੜੇ ਕਾਰਪੋਰੇਟ ਹਾਊਸਿਸ ਨੇ ਇਹਨਾਂ ਦੀ ਕੰਮ ਕਰਨ ਦਾ ਇੱਕ ਤਰੀਕਾ ਹੈ। ਉਹ ਜਦੋਂ ਮਾਰਕੀਟ 'ਚ ਆਉਂਦੇ ਨੇ ਆਪਣੇ ਕੰਪੀਟੀਟਰ ਨੂੰ ਪਹਿਲਾਂ ਖਤਮ ਕਰਦੇ ਨੇ, ਉਹਦੇ ਲਈ ਉਹ ਬਜਟ ਰੱਖਦੇ ਨੇ 500 ਕਰੋੜ 1000 ਕਰੋੜ। ਪਰ ਇੱਥੇ ਤਾਂ ਸਰਕਾਰ ਨੇ ਬਜਟ ਦੇ ਦਿੱਤਾ 8.5% ਦਾ, ਮਤਲਬ ਕਣਕ ਦੇ ਉੱਤੇ 164 ਰੁਪਏ ਕੁਇੰਟਲ ਟੈਕਸ ਹੈ। ਉਹ 64 ਰੁਪਏ ਦਾ ਲਾਲਚ ਦੇ ਕੇ ਸਾਨੂੰ ਲਿਜਾਣਗੇ ਅੰਦਰ ਮੰਡੀ 'ਚ ਬੰਦ ਹੋ ਜੂ ਜਾਣ ਤੋਂ। ਅੰਦਰ ਮੰਡੀ 'ਚ ਜਿਹੜਾ ਬੈਠਾ ਉਹਦੀ ਕਿੰਨੀ ਕਪੈਸਿਟੀ ਹੈ, ਉਹਦੇ ਕੋਲ ਜੇ ਫਸਲ ਜਾਊ ਤਾਂ ਉਹਦੀ ਆਮਦਨ ਹੈ, ਅਤੇ ਉਹ 1 ਸਾਲ 2 ਸਾਲ 3 ਸਾਲ ਉਹਦੇ ਬਾਅਦ ਉਹ ਦੇਖੇਗਾ ਮੇਰੇ ਕੋਲ ਫਸਲ ਆਉਂਦੀ ਨਹੀਂ, ਉਹ ਬੰਦ ਕਰ ਜਾਏਗਾ। ਫਿਰ ਇਹ ਆਪਣੇ ਗੱਜੀ ਨਾਪਣਗੇ ਬਾਹਰਲੇ ਜਿਹੜੇ ਬੈਠੇ ਨੇ। ਔਰ ਫਿਰ ਇਹਨਾਂ ਨੇ ਕਹਿ ਦਿੱਤਾ ਵੀ ਜੇ ਉਹ ਪੈਸੇ ਨਹੀਂ ਦਿੰਦਾ ਤਾਂ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ, SDM ਕੋਲ ਜਾਓਗੇ। SDM ਵੀ ਕੀ ਕਰੇਗਾ, ਇੱਕ ਰੀਕਨਸੀਲੀਏਸ਼ਨ ਬੋਰਡ ਬਣਾਏਗਾ ਜਿਹੜਾ ਸਮਝੌਤਾ ਕਰਾਏਗਾ। ਜੇ ਉਹ ਨਹੀਂ ਮਨਜ਼ੂਰ, ਤੁਸੀਂ ਵੱਧ ਤੋਂ ਵੱਧ DC ਕੋਲ ਚਲੇ ਜਾਓ, DC ਵੀ ਰੀਕਨਸੀਲੀਏਸ਼ਨ ਬੋਰਡ ਬਣਾਏਗਾ। ਤਾਂ ਇਹ ਜਿਹੜੇ ਇੱਕ ਪਾਸੇ ਕਾਰਪੋਰੇਟ ਹਾਊਸ ਹੈ, ਇੱਕ ਪਾਸੇ 2-4 ਏਕੜ ਵਾਲਾ ਕਿਸਾਨ ਹੈ, ਉਹਦੀ ਸੁਣੇਗਾ ਕੋਈ? ਉਹਨੂੰ ਤਾਂ ਅਫਸਰ ਤਾਂ ਮਾਰਨਗੇ ਸਲੂਟ ਕਾਰਪੋਰੇਟ ਹਾਊਸਿਸ ਵਾਲਿਆਂ ਨੂੰ। ਤਾਂ ਇਹ ਸਾਰਾ ਕਾਨੂੰਨ ਟੋਟਲ ਖੇਤੀ ਸੈਕਟਰ ਵਿੱਚ ਕਾਰਪੋਰੇਟ ਹਾਊਸਿਸ ਨੂੰ ਧੱਕਣ ਵਾਸਤੇ, ਤਾਂ ਕਿ ਹੌਲੀ ਹੌਲੀ ਕਿਸਾਨ ਦੀ ਜ਼ਮੀਨ ਸਭ ਕੁਝ ਚੱਲ ਜੇ। ਇੱਦਾਂ ਦਾ ਇਹਨੂੰ ਬਹੁਤ ਲੰਬਾ ਚੌੜਾ ਜੇ ਇਹਨੂੰ ਸਟੱਡੀ ਕਰੋ ਤਾਂ ਸਰਕਾਰ ਦੀ ਪਾਲਿਸੀ ਇਹ ਹੈ ਵੀ ਕਾਰਪੋਰੇਟਾਈਜੇਸ਼ਨ ਆਫ ਐਗਰੀਕਲਚਰ ਕਰਨ ਦੀ ਕੋਸ਼ਿਸ਼ ਹੈ। APMC ਦੇ ਵਿੱਚ ਲਾਇਸੈਂਸੀ ਆੜ੍ਹਤੀ ਨੇ, ਉਹਨਾਂ ਨੂੰ ਤਾਂ ਸਰਕਾਰ ਵਿਚੋਲੀਆ ਤੇ ਠੱਗ ਦੱਸਦੀ ਹੈ। ਮੈਂ ਪੁੱਛਿਆ, ਮੈਨੂੰ ਦੱਸੋ ਵਿਚੋਲੀਏ ਦੀ ਡੈਫੀਨੇਸ਼ਨ ਕੀ ਹੈ? ਇਹ ਜਿਹੜਾ ਆੜ੍ਹਤੀ ਹੈ ਉਹ ਕੀ ਕਰਦਾ ਸੀ, ਟਰਾਲੀ ਜਾਂਦੇ ਲੈ ਕੇ ਟਰਾਲੀ ਉਹ ਖਾਲੀ ਕਰਾਉਂਦਾ,
ਉਹਦੀ ਸਫਾਈ ਕਰਾਉਂਦਾ ਹੈ, ਫਿਰ ਭਾਅ ਲਵਾਉਂਦਾ ਹੈ, ਫਿਰ ਉਹਦੇ ਬੋਰੀਆਂ 'ਚ ਪਾ ਕੇ ਵਜ਼ਨ ਕਰਾਉਂਦਾ ਹੈ, ਫਿਰ ਉਹ ਸਟਾਕ ਖਰੀਦ ਏਜੰਸੀ ਨੂੰ ਟਰਾਂਸਫਰ ਕਰਦਾ ਹੈ। ਉਹਦੇ ਬਾਅਦ ਜਿਹੜਾ ਭਾਅ ਲੱਗਿਆ ਉਸੇ ਭਾਅ ਦਾ ਬਿੱਲ ਬਣਾ ਕੇ ਸਾਨੂੰ ਪੈਸੇ ਲੈ ਕੇ ਦਿੰਦਾ ਹੈ। 1925 MSP ਹੈ, 1925 ਤੇ ਮੇਰੀ ਕਣਕ ਵਿਕੀ, 1925 ਦਾ ਉਹਨੇ ਬਿੱਲ ਬਣਾ ਕੇ ਦਿੱਤਾ, 1925 ਮੈਨੂੰ ਦੇ ਦਿੱਤੇ। ਫਿਰ ਉਹ ਵਿਚੋਲੀਆ ਕਿੱਥੋਂ ਹੈ? ਜੇ ਤਾਂ ਮੈਨੂੰ 1500 ਰੁਪਏ ਦੇਵੇ 1925 ਸਰਕਾਰ ਤੋਂ ਲਵੇ, ਫਿਰ ਤੋਂ ਵਿਚੋਲੀ ਹੈ। ਉਹ ਜਿਹੜੀ ਉਹਨੇ ਸਰਵਿਸ ਦਿੱਤੀ ਉਹਦੇ ਲਈ ਉਹਨੇ ਆਪਣੀ ਆੜਤ ਲੈ ਲਈ। ਤੇ ਮੈਂ ਉਹਨੂੰ ਸਰਕਾਰ ਵਾਲਿਆਂ ਨੂੰ ਕਿਹਾ ਵੀ ਅਸਲ 'ਚ ਤੁਹਾਡੇ ਸਿਰ ਵਿਚੋਲੀਆ ਚੜਿਆ, ਤੁਸੀਂ ਇੰਪੋਰਟ ਐਕਸਪੋਰਟ 'ਚ ਵਿਚੋਲੀਏ ਰੱਖੇ ਨੇ, ਤੁਸੀਂ ਡਿਫੈਂਸ 'ਚ ਵਿਚੋਲੀਏ ਰੱਖੇ ਨੇ, ਤੁਸੀਂ ਰੇਲਵੇ 'ਚ ਵਿਚੋਲੀਏ ਰੱਖੇ ਨੇ, ਹਰ ਕੰਮ 'ਚ ਵਿਚੋਲੀਏ ਤੇ ਬਿਨਾਂ ਤੁਸੀਂ ਕਰਦੇ ਹੀ ਨਹੀਂ। ਇਸ ਕਰਕੇ ਤੁਹਾਨੂੰ ਵਿਚੋਲੀਆ ਨਜ਼ਰ ਆਉਂਦਾ। ਸਾਨੂੰ ਦੱਸੋ ਤੁਸੀਂ ਕਿਹਨੂੰ ਵਿਚੋਲੀਆ ਕਹਿੰਦੇ ਹੋ? ਤੁਹਾਡੇ ਹਿਸਾਬ ਨਾਲ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਜਿਹੜੇ ਕੇਂਦਰ ਸਰਕਾਰ ਹੈ ਜਾਂ ਨੁਮਾਇੰਦੇ ਨੇ ਉਹਨਾਂ ਨੂੰ ਗਰਾਊਂਡ ਰਿਐਲਿਟੀ ਨਹੀਂ ਪਤਾ। ਉਹਨੂੰ ਸਭ ਪਤਾ, ਉਹਨਾਂ ਨੂੰ ਉਹ ਜਾਣਬੁੱਝ ਕੇ ਮਚਲੇ ਹੋਏ ਨੇ। ਹਾਂ, ਜੇ ਮੈਂ ਗੱਲ ਕਰਾਂ ਆੜਤੀਆਂ ਦੀ, ਤੁਸੀਂ ਕਹਿ ਰਹੇ ਹੋ ਕਿ ਜਿੰਨਾ ਹੀ ਕਿਸਾਨ ਦਾ ਹੱਕ ਮਾਰੇ ਜਾ ਰਹੇ ਨੇ ਉਨੇ ਹੀ ਆੜਤੀਆਂ ਦੇ ਮਾਰੇ ਜਾ ਰਹੇ ਨੇ, ਪਰ ਜਿਹੜੀ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਕਾਨਫਰੰਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਆੜਤੀ ਖੁੱਲ੍ਹ ਕੇ ਅੱਗੇ ਕਿਉਂ ਨਹੀਂ ਆ ਰਹੇ? ਆੜਤੀ ਜਿਹੜੇ ਆਗੂ ਨੇ ਨਹੀਂ, ਇਹ ਉਹਨਾਂ ਨੂੰ ਪਤਾ ਹੋਊ ਸਾਡਾ, ਕਿਉਂਕਿ ਅੰਦੋਲਨ ਅਸੀਂ ਖੜਾ ਕੀਤਾ ਸੀ ਤਾਂ ਆਪਣੀ ਲੜਾਈ ਲੜਾਂਗੇ। ਉਹਨਾਂ ਦੀ ਇਹ ਸਮਰਥਨ ਮਿਲ ਰਿਹਾ ਹੈ ਜੀ, ਉਹਨਾਂ ਦਾ ਸਮਰਥਨ ਮਿਲ ਰਿਹਾ। ਸਮਰਥਨ ਦੇ ਰਹੇ ਨੇ, ਪਰ ਮੈਨੂੰ ਨਹੀਂ ਪਤਾ ਉਹ ਕਿੰਨਾ ਕੁ ਦੇ ਰਹੇ ਨੇ। ਮੈਂ ਤਾਂ ਆਪਣੀ ਧੁਨ ਦਾ ਪੱਕਾ ਹਾਂ। ਮੈਂ ਇਸ ਹਰ ਵੇਲੇ ਆਪਣੇ ਆਪ ਨੂੰ ਇਹਦੇ ਵਿੱਚ ਘੁਬੋ ਕੇ ਰੱਖਿਆ ਹੋਇਆ। ਦੇ ਰਹੇ ਨੇ ਸਮਰਥਨ, ਠੀਕ ਹੈ। ਮੈਨੂੰ ਤਾਂ ਕਿਸਾਨ ਚਾਹੀਦੇ ਨੇ, ਕਿਸਾਨਾਂ ਦਾ ਸਮਰਥਨ ਬਹੁਤ ਹੈ, ਆਮ ਲੋਕਾਂ ਦਾ ਬਹੁਤ ਹੈ। ਉਹਦੇ ਵਿੱਚੇ ਉਹ ਨੇ, ਬਹੁਤ ਸਾਰੇ ਲੋਕ ਸਮਰਥਨ ਦੇ ਰਹੇ ਨੇ। ਕਿਉਂਕਿ ਜਿਹੜਾ ਨਾਰਾ ਉਹ ਕਿਸਾਨ ਮਜ਼ਦੂਰ ਏਕਤਾ ਹੈ, ਕਿਸਾਨ ਮਜ਼ਦੂਰ ਆੜਤੀ ਹੈ, ਜਾਂ ਉਹਨਾਂ ਦੇ ਨਾਲ ਕਿਉਂ ਨਹੀਂ ਇਕੱਠੇ ਲੈ ਕੇ ਜੋੜਿਆ ਜਾ ਰਿਹਾ? ਉੱਦਾਂ ਤਾਂ ਤੁਸੀਂ ਦੇਖੋ, ਮੁਲਾਜ਼ਮ ਵੀ ਇੱਥੇ ਰੋਜ਼ ਆਉਂਦੇ ਨੇ, ਇੱਥੇ ਦੁਕਾਨਦਾਰ ਵੀ ਆਉਂਦੇ ਨੇ, ਵਪਾਰੀ ਆਉਂਦੇ ਨੇ, ਸੁਸਾਇਟੀ ਦਾ ਹਰ ਵਰਗ ਜਿਹੜਾ ਉਹ ਇਹਨੂੰ ਸਪੋਰਟ ਕਰ ਰਿਹਾ। ਫਿਰ ਇਕੱਲੇ ਦਾ ਤਾਂ ਨਾਰੇ ਦੇ ਵਿੱਚ ਨਾਂ ਨਹੀਂ ਨਾ ਜੋੜਿਆ ਜਾ ਸਕਦਾ। ਜਿਹੜੇ ਦੋ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸੈਕਟਰ ਨੇ, ਕਿਸਾਨ ਤੇ ਮਜ਼ਦੂਰ, ਉਹਨਾਂ ਦੇ ਨਾਂ ਦਾ ਨਾਰਾ ਇਸ ਕਰਕੇ ਲੱਗਦਾ। ਸੋ ਇਹ ਸਨ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਹਾਲੇ ਤੱਕ ਬਦਲ ਤਾਂ ਕੀ ਲੱਭਣਾ। ਅਸੀਂ ਸਰਕਾਰਾਂ ਨੂੰ ਵੀ ਕਿਹਾ ਕਿ ਇਹਦਾ ਬਦਲ ਤੁਸੀਂ ਲੱਭੋ, ਤੁਹਾਡੇ ਕੋਲੇ ਬਿਊਰੋਕ੍ਰੇਸੀ ਹੈ, ਇਸ ਗੱਲ ਦਾ ਹੱਲ ਤੁਸੀਂ ਲੱਭੋ। ਤੇ ਆੜਤੀਏ ਦੀ ਜੇ ਗੱਲ ਕਰੀਏ ਤਾਂ ਆੜਤੀਆਂ ਦੇ ਮਸਲੇ ਤੇ ਰਾਜੇਵਾਲ ਸਾਹਿਬ ਦਾ ਕਹਿਣਾ ਹੈ ਕਿ ਮੈਂ ਆਪਣੀ ਗੱਲ ਤੇ ਮੈਂ ਆਪਣੇ ਸੰਗਠਨ ਦਾ ਪੱਕਾ ਹੈ, ਆੜਤੀਆਂ ਦਾ ਆੜਤੀਆਂ ਨੂੰ ਪਤਾ ਹੋਊਗਾ। ਸੋ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ। ਤੋਮਰ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਕਿ ਰੱਦ ਦਾ ਕੋਈ ਬਦਲ ਲੱਭੋ। ਉਸ ਵਕਤ ਬਲਵੀਰ ਸਿੰਘ ਦਾ ਕੀ ਜਵਾਬ ਸੀ? ਤੁਸੀਂ ਕਾਨੂੰਨ ਲਿਖਦੇ ਹੋ ਜਾਂ ਬਣਾਉਂਦੇ ਹੋ, ਕੰਮ ਤਾਂ ਤੁਹਾਡੇ ਕੋਲ ਜਿਹੜਾ ਸਾਰੇ ਹਿੰਦੁਸਤਾਨ ਦਾ ਦਿਮਾਗ ਇਕੱਠਾ ਕੀਤਾ ਬਿਊਰੋਕ੍ਰੇਸੀ ਇਹ ਕਰਦੀ ਹੈ। ਇਹਨਾਂ ਨੂੰ ਇਹ ਪੁੱਛੋ ਕੀ ਕਰਨਾ। ਜਿਹੜਾ ਮੰਡੀ ਦੇ ਅੰਦਰ ਕੰਮ ਕਰੇਗਾ ਉਹ 8.5% ਟੈਕਸਿਸ ਨੇ, ਜਿਹੜਾ ਬਾਹਰ ਕਰੇਗਾ ਉਹਨੂੰ ਟੈਕਸ ਫ੍ਰੀ ਕਰਤੀ। ਜਿਹੜਾ ਅੰਦਰ ਕਰੇਗਾ ਉਹ ਇੱਕ ਕਾਨੂੰਨ ਦੇ ਦਾਇਰੇ 'ਚ ਲਾਇਸੈਂਸ ਲਏਗਾ, ਆਪਣੀ ਡਿਟੇਲ ਦੇਗਾ, ਭੱਜ ਨਹੀਂ ਸਕਦਾ। ਇਹਨਾਂ ਨੇ ਜਿਹੜਾ ਬਾਹਰ ਕਰੇਗਾ ਉਹਨੂੰ ਕਹਿੰਦਾ ਉਹਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ। ਇਹ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ, ਪ੍ਰੈਸ 'ਚ ਰੋਜ਼ ਛਪਦੀਆਂ ਵੀ ਜਿੱਥੇ ਇੱਦਾਂ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਉਹ ਮੁੜ ਕੇ ਪੈਸੇ ਨਹੀਂ ਦਿੱਤੇ, ਭੱਜ ਕੇ ਲੱਭਦੇ ਹੀ ਨਹੀਂ ਕਿੱਥੇ ਨੇ। ਜਿਹੜਾ ਆੜਤੀ ਹੈ ਉਹ ਕੀ ਕਰਦਾ ਸੀ, ਟਰਾਲੀ ਜਾਂਦੇ ਲੈ ਕੇ ਟਰਾਲੀ ਉਹ ਖਾਲੀ ਕਰਾਉਂਦਾ, ਉਹਦੀ ਸਫਾਈ ਕਰਾਉਂਦਾ ਹੈ, ਫਿਰ ਭਾਅ ਲਵਾਉਂਦਾ ਹੈ, ਫਿਰ ਉਹਦੇ ਬੋਰੀਆਂ 'ਚ ਪਾ ਕੇ ਵਜ਼ਨ ਕਰਾਉਂਦਾ ਹੈ, ਫਿਰ ਉਹ ਸਟਾਕ ਖਰੀਦ ਏਜੰਸੀ ਨੂੰ ਟਰਾਂਸਫਰ ਕਰਦਾ ਹੈ। ਉਹਦੇ ਬਾਅਦ ਜਿਹੜਾ ਭਾਅ ਲੱਗਿਆ ਉਸੇ ਭਾਅ ਦਾ ਬਿੱਲ ਬਣਾ ਕੇ ਸਾਨੂੰ ਪੈਸੇ ਲੈ ਕੇ ਦਿੰਦਾ ਹੈ। 1925 MSP ਹੈ, 1925 ਤੇ ਮੇਰੀ ਕਣਕ ਵਿਕੀ, 1925 ਦਾ ਉਹਨੇ ਬਿੱਲ ਬਣਾ ਕੇ ਦਿੱਤਾ, 1925 ਮੈਨੂੰ ਦੇ ਦਿੱਤੇ। ਫਿਰ ਉਹ ਵਿਚੋਲੀਆ ਕਿੱਥੋਂ ਹੈ? ਸਰਕਾਰ ਵਾਲਿਆਂ ਨੂੰ ਕਿਹਾ ਵੀ ਅਸਲ 'ਚ ਤੁਹਾਡੇ ਸਿਰ ਵਿਚੋਲੀਆ ਚੜਿਆ, ਤੁਸੀਂ ਇੰਪੋਰਟ ਐਕਸਪੋਰਟ 'ਚ ਵਿਚੋਲੀਏ ਰੱਖੇ ਨੇ, ਤੁਸੀਂ ਡਿਫੈਂਸ 'ਚ ਵਿਚੋਲੀਏ ਰੱਖੇ ਨੇ, ਤੁਸੀਂ ਰੇਲਵੇ 'ਚ ਵਿਚੋਲੀਏ ਰੱਖੇ ਨੇ, ਹਰ ਕੰਮ 'ਚ ਵਿਚੋਲੀਏ ਤੇ ਬਿਨਾਂ ਤੁਸੀਂ ਕਰਦੇ ਹੀ ਨਹੀਂ। ਇਸ ਕਰਕੇ ਤੁਹਾਨੂੰ ਵਿਚੋਲੀਆ ਨਜ਼ਰ ਆਉਂਦਾ। ਸਾਨੂੰ ਦੱਸੋ ਤੁਸੀਂ ਕਿਹਨੂੰ ਵਿਚੋਲੀਆ ਕਹਿੰਦੇ ਹੋ?